ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਖਾਲਸਾ ਜੀ ਆਪ ਜੀ ਗੁਰਮਤਿ ਰਹਿਤ ਮਰਿਆਦਾ ਸੰਖੇਪ ਰੂਪ ਦੇ ਵਿੱਚ ਸ਼ਰਵਣ ਕਰ ਰਹੇ ਹੋ। ਪਿਛਲੇ ਭਾਗ ਵਿੱਚ ਆਪ ਜੀ ਨੇ ਆਨੰਦ ਕਾਰਜ ਸਮੇਂ ਲੜਕੇ ਅਤੇ ਲੜਕੀ ਨੂੰ ਕਿਹੜੇ ਕਰਮ ਧਰਮ ਨੇਮ ਬ੍ਰਤ ਪੂਜਾ ਦੀ ਸਿੱਖਿਆ ਦੇਣੀ ਹੈ ਆਦਿ ਸ਼ਰਵਣ ਕੀਤਾ ਸੀ। ਅੱਜ ਦੇ ਭਾਗ ਵਿੱਚ ਆਪ ਜੀ ਨੂੰ ਅੰਤਮ ਸੰਸਕਾਰ ਦੀ ਮਰਿਆਦਾ ਸ਼ਰਵਣ ਕਰਾਉਣ ਦਾ ਯਤਨ ਕਰ ਰਹੇ ਹਾਂ। ਅੰਤਮ ਸੰਸਕਾਰ। ਸਭਨਾ ਮਰਨਾ ਆਇਆ ਵਿਛੋੜਾ ਸਭਨਾ। ਜਦੋਂ ਵੀ ਕੋਈ ਪ੍ਰਾਣੀ ਚੜ੍ਹਾਈ ਅਕਾਲ ਚੜਾਣਾ ਕਰਨ ਲੱਗੇ, ਜੇ ਉਹ ਅੰਮ੍ਰਿਤਧਾਰੀ ਹੈ, ਰਹਿਤ ਮਰਿਆਦਾ ਵਿੱਚ ਪ੍ਰਪੱਕ ਹੈ, ਫਿਰ ਤਾਂ ਬਹੁਤ ਹੀ ਚੰਗਾ ਹੈ। ਪਰ ਅੰਮ੍ਰਿਤ ਛਕ ਕੇ ਜੇ ਉਸਨੇ ਕੋਈ ਬੱਜਰ ਕੁਰੈਤ ਕੀਤੀ ਹੋਵੇ ਤਾਂ ਉਸ ਨੂੰ ਪੰਜਾਂ ਪਿਆਰਿਆਂ ਤੋਂ ਫਿਰ ਅੰਮ੍ਰਿਤ ਛਕਾਉਣਾ ਚਾਹੀਦਾ ਹੈ। ਅੰਤਮ ਸਮੇਂ ਉਸ ਦੇ ਪਾਸ ਗੁਰਬਾਣੀ ਦਾ ਪਾਠ ਕਰਦੇ ਰਹਿਣਾ ਚਾਹੀਦਾ ਹੈ। ਜੇ ਕੋਈ ਆਦਮੀ ਬਹੁਤ ਸੰਸਾਰਕ ਧੰਦਿਆਂ ਤੇ ਸੰਬੰਧੀਆਂ ਦੇ ਮੋਹ ਵਿੱਚ ਫਸਿਆ ਹੋਵੇ ਤਾਂ ਉਸ ਕੋਲ ਸੁਖਮਨੀ ਸਾਹਿਬ ਦੀ ਦੂਜੀ ਅਸ਼ਟਪਦੀ ਜਹ ਮਾਤ ਪਿਤਾ ਸੁਤਮੀਤ ਨਾ ਭਾਈ ਮਨ ਊਹਾ ਨਾਮ ਤੇਰਾ ਸੰਗ ਸਹਾਈ ਦਾ ਪਾਠ ਬਾਰ-ਬਾਰ ਕਰਨਾ ਚਾਹੀਦਾ ਹੈ। ਅਤੇ ਜੇ ਸਿਮਰਨ ਅਭਿਆਸ ਕਮਾਈ ਵਾਲਾ ਗਿਆਨਵਾਨ ਹੋਵੇ ਤਾਂ 21ਵੀਂ ਅਸ਼ਟਪਦੀ ਜਬ ਆਕਾਰ ਇਹੋ ਕਛ ਨ ਦ੍ਰਿਸ਼ਟੇਤਾ ਦਾ ਬਾਰ-ਬਾਰ ਪਾਠ ਸੁਣਾਉਣਾ ਚਾਹੀਦਾ ਹੈ। ਪ੍ਰਾਣੀ ਦੇ ਦੇਹ ਤਿਆਗਣ ਸਮੇਂ ਜਾਂ ਮਗਰੋਂ ਰੋਣਾ ਪਿੱਟਣਾ ਨਹੀਂ, ਸਿਆਪਾ ਨਹੀਂ ਕਰਨਾ, ਉਸ ਨੂੰ ਮੰਜੇ ਤੋਂ ਭੁੰਜੇ ਨਹੀਂ ਉਤਾਰਨਾ। ਮਹਾਰਾਜ ਜੀ ਦਾ ਹੁਕਮ ਹੈ, ਮਤ ਮੈਂ ਪਿੱਛੇ ਕੋਈ ਰੋਵ ਸੀ ਸੋ ਮੈਂ ਮੂਲ ਨਾ ਪਾਇਆ। ਜੋ ਮਰੇ ਹੋਏ ਪ੍ਰਾਣੀ ਵਾਸਤੇ ਰੋਂਦੇ ਹਨ, ਜੋ ਅੱਖਾਂ ਵਿੱਚੋਂ ਅਥਰੂ ਨਿਕਲਦੇ ਹਨ, ਉਹ ਪ੍ਰਾਣੀ ਨੂੰ ਪਰਲੋਕ ਵਿੱਚ ਸਮੁੰਦਰ ਰੂਪ ਬਣ ਜਾਂਦੇ ਹਨ ਤੇ ਜੀਵ ਦਾ ਪ੍ਰਕਾਸ਼ ਵਾਲਾ ਦੀਵਾ ਬੁਝ ਜਾਂਦਾ ਹੈ ਤੇ ਜੀਵ ਆਤਮਾ ਨੂੰ ਪਰਲੋਕ ਦੇ ਰਸਤੇ ਵਿੱਚ ਹਨੇਰਾ ਹੋ ਜਾਂਦਾ ਹੈ। ਇਸ ਵਾਸਤੇ ਰੋਣਾ ਪਿੱਟਣਾ ਬਿਲਕੁਲ ਮਨ੍ਹਾ ਹੈ। ਜੀਵ ਦੇ ਭਲੇ ਵਾਸਤੇ ਬਾਣੀ ਦਾ ਨਿਤਨੇਮ ਵੱਧ ਤੋਂ ਵੱਧ ਕਰੋ, ਜਿਸ ਕਰਕੇ ਜੀਵ ਦੀ ਪਰਲੋਕ ਵਿੱਚ ਸਹਾਇਤਾ ਹੋਵੇ। ਗੁਰਬਾਣੀ ਦਾ ਕੀਰਤਨ ਕਰਨਾ ਚਾਹੀਦਾ ਹੈ। ਸਿੱਖ ਅੰਮ੍ਰਿਤ ਹੋਏ ਤੇ ਕਛ ਪਹਿਰਾ ਕਰ, ਸਨਾਨ ਕਰਾ ਕਰ ਦਸਤਾਰ ਸਜਾ ਕਰ, ਉਸ ਸਮੇਂ ਜਪਜੀ ਸਾਹਿਬ ਪੜ੍ਹਦਾ ਰਹੇ। ਰਹਿਤਨਾਮਾ ਭਾਈ ਦਇਆ ਸਿੰਘ ਜੀ। ਇਸ਼ਨਾਨ ਕਰਾਉਂਦਿਆਂ ਹੋਇਆਂ ਜਪਜੀ ਸਾਹਿਬ ਦਾ ਪਾਠ ਜ਼ਰੂਰ ਕਰਦੇ ਰਹਿਣਾ ਅਤੇ ਮ੍ਰਿਤਕ ਦਾ ਕਛਹਿਰਾ ਬਦਲਦੇ ਸਮੇਂ ਇੱਕ ਪਹੁੰਚਾ ਉਤਾਰ ਕੇ ਦੂਸਰੇ ਕਛਹਿਰੇ ਦਾ ਸੁੱਕਾ ਪਹੁੰਚਾ ਪਾਇਆ ਜਾਵੇ ਤੇ ਪੰਜੇ ਕਕਾਰ ਗਾਤਰੇ ਕਿਰਪਾਨ ਤੇੜ ਕਛਹਿਰਾ, ਗਲ ਵਿੱਚ ਕੁੜਤਾ ਚੋਲਾ, ਕੇਸੀ ਕੰਘਾ, ਸਿਰ ਉੱਤੇ ਦਸਤਾਰ, ਹੱਥ ਵਿੱਚ ਕੜਾ, ਗਲ ਵਿੱਚ ਪਰਨਾ ਤੇ ਕਮਰ ਕਸਾ ਕਰਕੇ ਦੂਸਰਾ ਸੁੱਕਾ ਕਛਹਿਰਾ ਪਰਨਾ ਲੈ ਕੇ ਲੱਕ ਨਾਲ ਬੰਨ੍ਹਣਾ ਹੈ। ਵਸਤਰ ਨਵੇਂ ਅਤੇ ਚੰਗੀ ਤਰ੍ਹਾਂ ਸੀਤੇ ਹੋਣੇ ਚਾਹੀਦੇ ਹਨ। ਅੱਧ ਸੀਤੇ ਨਾ ਹੋਣ। ਅਰਦਾਸ ਕਰਕੇ ਮ੍ਰਿਤਕ ਦੀ ਅਰਥੀ ਲਿਜਾਣੀ ਚਾਹੀਦੀ ਹੈ। ਗੁਰਬਾਣੀ ਦਾ ਅਦਬ ਸਤਿਕਾਰ ਰੱਖਣ ਵਾਸਤੇ ਪ੍ਰਾਣੀ ਦਾ ਸੀਸ ਰਾਗੀਆਂ ਵੱਲ ਮੋਹਰਲੇ ਪਾਸੇ ਅਤੇ ਪੈਰ ਪਿਛਲੇ ਪਾਸੇ ਨਗਰ ਵੱਲ ਹੋਣੇ ਚਾਹੀਦੇ ਹਨ। ਮੋਹਰਲੇ ਪਾਸੇ ਸ਼ਬਦ ਪੜ੍ਹਨ ਵਾਲਿਆਂ ਵੱਲ ਪੈਰ ਨਹੀਂ ਹੋਣੇ ਚਾਹੀਦੇ। ਰਾਗੀ ਸਿੰਘ ਮੂਹਰੇ ਕੀਰਤਨ ਕਰਦੇ ਜਾਣ। ਜੇ ਰਾਗੀ ਸਿੰਘ ਨਾ ਮਿਲਣ ਤਾਂ ਸਤਨਾਮ ਵਾਹਿਗੁਰੂ ਦਾ ਉੱਚੀ ਉੱਚੀ ਜਾਪ ਕਰਦੇ ਜਾਣਾ ਚਾਹੀਦਾ ਹੈ। ਰਾਹ ਵਿੱਚ ਅਰਥੀ ਰੱਖਣੀ, ਘੜੀ ਭੰਨਣੀ, ਰੋਣਾ ਪਿੱਟਣਾ, ਪਾਣੀ ਡੋਲਣਾ, ਮੱਥਾ ਟੇਕਣਾ, ਕੋਈ ਭਾਂਡਾ ਰੋੜਨਾ ਆਦਿ ਮਨ੍ਹਾ ਹੈ। ਜੇ ਰਸਤੇ ਵਿੱਚ ਗੁਰਦੁਆਰਾ ਹੋਵੇ ਤਾਂ ਗੁਰਦੁਆਰੇ ਤੋਂ ਬਾਹਰ ਅਰਥੀ ਰੱਖ ਕੇ ਮ੍ਰਿਤਕ ਦੀ ਅੰਤਮ ਨਮਸਕਾਰ ਕਰਵਾ ਲੈਣੀ ਚਾਹੀਦੀ ਹੈ। ਚਿਖਾ ਲੱਕੜੀ ਦੀ ਬਣਾਈ ਜਾਵੇ, ਜਿਸ ਵਿੱਚ ਗੋਹੇ ਆਦਿ ਦੀ ਵਰਤੋਂ ਨਾ ਕੀਤੀ ਜਾਵੇ। ਹੋ ਸਕੇ ਤਾਂ ਚੰਦਨ ਦੀ ਲੱਕੜੀ ਤੇ ਦੇਸੀ ਘਿਓ ਵਿੱਚ ਪਾਇਆ ਜਾਵੇ। ਮ੍ਰਿਤਕ ਦਾ ਸਰੀਰ ਚਿਖਾ ਤੇ ਰੱਖ ਕੇ ਇੱਕ ਸਿੰਘ ਜਪਜੀ ਸਾਹਿਬ ਦਾ ਪਾਠ ਸਰਾਣੇ ਵੱਲ ਖਲੋ ਕੇ ਕਰੇ ਤੇ ਬਾਕੀ ਚਿਖਾ ਸਵਾਰਨ ਤਿਆਰ ਕਰਨ ਤੇ ਪਾਠ ਸੁਣਨ। ਜਦੋਂ ਸਾਰੀ ਚਿਖਾ ਬਣ ਜਾਵੇ, ਜਪਜੀ ਸਾਹਿਬ ਦਾ ਪਾਠ ਕਰਕੇ ਅਰਦਾਸ ਕਰਨੀ ਤੇ ਕਹਿਣਾ, ਹੇ ਸੱਚੇ ਪਾਤਸ਼ਾਹ ਜੀ, ਇਸ ਨੂੰ ਕਿਰਪਾ ਕਰਕੇ ਬਖਸ਼ ਲੈਣਾ। ਜ਼ਿੰਦਗੀ ਵਿੱਚ ਹੋਈਆਂ ਗਲਤੀਆਂ ਮੁਆਫ ਕਰਨੀਆਂ। ਕਿਰਪਾ ਕਰਕੇ ਇਸ ਦੀ ਰੂਹ ਦਾ ਆਪਣੇ ਚਰਨਾਂ ਵਿੱਚ ਨਿਵਾਸ ਕਰਨਾ। ਪਰਿਵਾਰ ਨੂੰ ਭਾਣਾ ਮੰਨਣ ਦਾ ਬਲ ਬਖਸ਼ਣਾ। ਅਗਨੀ ਲਾਉਣ ਦੀ ਆਗਿਆ ਬਖਸ਼ੋ। ਫੇਰ ਅਗਨੀ ਲਾਉਣੀ ਚਾਹੀਦੀ ਹੈ। ਧਾ ਕੂਕ ਨਹੀਂ ਮਾਰਨੀ, ਤੀਲੇ ਨਹੀਂ ਤੋੜ ਕੇ ਸੁੱਟਣੇ। ਜਿਸ ਵਕਤ ਕੀਰਤਨ ਕਰਦਿਆਂ ਜਾਂ ਸਤਨਾਮ ਵਾਹਿਗੁਰੂ ਦਾ ਜਾਪ ਕਰਦਿਆਂ ਅੱਧਾ ਕੋ ਸੰਸਕਾਰ ਹੋ ਜਾਵੇ ਤਾਂ ਉਦੋਂ ਕੀਰਤਨ ਸੋਹਿਲਾ ਪੜ੍ਹ ਕੇ ਅਰਦਾਸ ਕਰਨੀ ਹੈ। ਕਪਾਲ ਕਿਰਿਆ ਨਹੀਂ ਕਰਨੀ।
ਸ਼ਮਸ਼ਾਨ ਭੂਮੀ ਵਿੱਚੋਂ ਸਿੱਧਾ ਗੁਰਦੁਆਰੇ ਸਾਹਿਬ ਪਹੁੰਚ ਕੇ ਇਸ਼ਨਾਨ ਕਰਨਾ ਚਾਹੀਦਾ ਹੈ। ਜੇ ਨਾ ਹੋ ਸਕੇ ਤਾਂ 5 ਇਸ਼ਨਾਨਾਂ ਕਰਨਾ ਜ਼ਰੂਰੀ ਹੈ। ਕੜਾਹ ਪ੍ਰਸ਼ਾਦ ਦੀ ਦੇਗ ਤਿਆਰ ਕਰਕੇ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਪਾਵਨ ਹਜ਼ੂਰੀ ਵਿੱਚ ਲਿਆਈ ਜਾਵੇ। ਉਪਰੰਤ ਅਲਾਹਣੀਆਂ ਦਾ ਪਾਠ ਕਰਕੇ ਅਰਦਾਸ ਕਰਕੇ ਕੜਾਹ ਪ੍ਰਸ਼ਾਦ ਵਰਤਾਇਆ ਜਾਵੇ। ਮ੍ਰਿਤਕ ਪ੍ਰਾਣੀ ਦੇ ਨਿਮਿਤ ਪਾਠ ਕਰਾਉਣਾ ਜ਼ਰੂਰੀ ਹੈ। ਨੋਟ: ਸਹਿਜ ਪਾਠ ਪ੍ਰਾਣੀ ਦੇ ਸੰਸਕਾਰ ਵਾਲੇ ਦਿਨ ਹੀ ਆਰੰਭ ਹੋਣਾ ਚਾਹੀਦਾ ਹੈ। ਜੇ ਅਖੰਡ ਪਾਠ ਦੀ ਸਮਰੱਥਾ ਹੋਵੇ ਤਾਂ 8ਵੇਂ ਦਿਨ ਪਾਠ ਪ੍ਰਾਰੰਭ ਕਰਕੇ ਅਖੰਡ ਪਾਠ ਦਾ ਭੋਗ 10ਵੇਂ ਦਿਨ ਪਾਇਆ ਜਾਵੇ। ਉਪਰੰਤ ਰਾਮਕਲੀ ਸੱਧ ਪੜ੍ਹ ਕੇ ਅਰਦਾਸ ਕੀਤੀ ਜਾਵੇ ਅਤੇ ਦੇਗ ਵਰਤਾਈ ਜਾਵੇ। ਕਿਸੇ ਵੀ ਮੌਕੇ ਤੇ ਦੇਗ ਬਣਾਉਣ ਉਪਰੰਤ ਦੇਗ ਦੇ ਪਾਸ ਆਨੰਦ ਸਾਹਿਬ ਦਾ ਸੰਪੂਰਨ ਪਾਠ ਕਰਨਾ ਜ਼ਰੂਰੀ ਹੈ। ਬਾਰੀਆ, ਤੇਰੀਆ, ਸਤਾਰੀਆ ਆਦਿ ਨਹੀਂ ਕਰਨਾ। ਖਾਲਸਾ ਸ਼੍ਰੋਮਣੀ ਹੈ, ਇਸ ਲਈ ਦੁਸ਼ਹਿਰਾ ਹੀ ਕਰਨਾ ਗੁਰੂ ਕੀ ਆਗਿਆ ਹੈ। ਮਾਈਆਂ ਨੇ ਰੋਣਾ ਪਿੱਟਣਾ ਤੇ ਸਿਆਪਾ ਆਦਿ ਨਹੀਂ ਕਰਨਾ। ਭਾਣਾ ਮੰਨਣਾ ਹੈ। ਸਾਰੇ ਪਰਿਵਾਰ ਨੇ ਬੈਠ ਕੇ ਪਾਠ ਸਰਵਣ ਕਰਨਾ ਹੈ। ਗ੍ਰੰਥੀ ਸਿੰਘ ਦੀ ਸੇਵਾ ਚੰਗੀ ਤਰ੍ਹਾਂ ਕਰਨੀ ਹੈ। ਭੋਗ ਸਮੇਂ ਸੋਹਣੇ ਬਸਤਰ ਤੇ ਮਾਇਆ ਭੇਟ ਕਰਨੀ ਹੈ। ਪ੍ਰਾਣੀ ਦੇ ਚੜ੍ਹਾਈ ਕਰਨ ਤੋਂ ਦੂਸਰੇ ਦਿਨ ਹਰ ਰੋਜ਼ ਸਵੇਰ ਦੇ ਵਕਤ ਜੈਤਸਰੀ ਦੀ ਵਾਰ ਦੇ 2 ਸ਼ਲੋਕਾਂ ਦੀ ਕਥਾ ਅਤੇ ਸਹਿਸਕ੍ਰਿਤੀ ਦੇ 6 ਸ਼ਲੋਕਾਂ ਦੀ ਕਥਾ ਕਰੇ। ਜੇ ਕਥਾ ਕਰਨ ਵਾਲਾ ਨਾ ਹੋਵੇ ਤਾਂ ਪ੍ਰਾਣੀ ਦੀ ਚੜ੍ਹਾਈ ਵਾਲੀ ਜਗ੍ਹਾ ਤੇ ਇੱਕੋ ਦਿਨ ਹੀ ਸਵੇਰ ਦੇ ਵਕਤ ਸਾਰੀ ਜੈਤਸਰੀ ਦੀ ਵਾਰ ਤੇ ਸਹਿਸਕ੍ਰਿਤੀ ਪੜ੍ਹ ਦੇਵੇ। ਜੇ ਪ੍ਰਾਣੀ ਨੇ ਕਿਸੇ ਹੋਰ ਥਾਂ ਤੇ ਚੜ੍ਹਾਈ ਕੀਤੀ ਹੋਵੇ ਤਾਂ ਰਾਖ ਚੁੱਕਣ ਉਪਰੰਤ ਜੈਤਸਰੀ ਤੇ ਵਡਹੰਸ ਦੀ ਵਾਰ ਤੇ ਸਾਰੀ ਸਹਿਸਕ੍ਰਿਤੀ ਦਾ ਪਾਠ ਕਰ ਦੇਵੇ। ਕਲਗੀਧਰ ਪਿਤਾ ਜੀ ਨੇ ਖਾਲਸੇ ਵਾਸਤੇ ਸਦਾ ਲਈ ਇਹ ਪੱਕੀ ਮਰਿਆਦਾ ਕਾਇਮ ਕਰ ਦਿੱਤੀ ਹੈ। ਮ੍ਰਿਤਕ ਦੀ ਚਿਖਾ ਨਹੀਂ ਫੋਲਣੀ, ਕੱਚੇ ਧਾਗੇ ਨਹੀਂ ਬੰਨਣੇ, ਕਿੱਲੀਆਂ ਗੱਡ ਕੇ ਚੌਥਾ ਆਦਿ ਨਹੀਂ ਕਰਨਾ, ਫੁੱਲ ਨਹੀਂ ਚੁਗਣੇ, ਕਿਰਪਾਨ ਤੇ ਕੜਾ ਵਿੱਚ ਹੀ ਰਾਖ ਦੇ ਰਹਿਣ ਦੇਣੇ। ਇਸ ਤਰ੍ਹਾਂ ਸਮੇਤ ਅਸਤੀਆਂ ਸਾਰੀ ਰਾਖ ਇਕੱਠੀ ਕਰਕੇ ਕੀਰਤਪੁਰ ਸਾਹਿਬ ਜਾਂ ਗੋਇੰਦਵਾਲ ਸਾਹਿਬ ਦਰਿਆ ਪ੍ਰਵਾਹ ਕਰਨੀ। ਜੇਕਰ ਇਸ ਤਰ੍ਹਾਂ ਨਾ ਹੋ ਸਕੇ ਤਾਂ ਲਾਗੇ ਕਿਸੇ ਨਹਿਰ ਜਾਂ ਦਰਿਆ ਵਿੱਚ ਪ੍ਰਵਾਹ ਕਰ ਦੇਣੀਆਂ ਚਾਹੀਦੀਆਂ ਹਨ। ਗੰਗਾ ਜਾ ਕੇ ਫੁੱਲ ਨਹੀਂ ਤਾਰਨੇ, ਮੜੀ ਨਹੀਂ ਬਣਾਉਣੀ। ਸੋ ਖਾਲਸਾ ਜੀ ਆਪ ਜੀ ਨੇ ਅੰਤਮ ਸੰਸਕਾਰ ਦੀ ਸੰਖੇਪ ਰੂਪ ਵਿੱਚ ਮਰਿਆਦਾ ਸ਼੍ਰਵਣ ਕੀਤੀ ਹੈ। ਅਗਲੇ ਭਾਗ ਵਿੱਚ ਆਪ ਜੀ ਨੂੰ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਅਖੰਡ ਪਾਠ ਤੇ ਸ੍ਰੀ ਸਹਿਜ ਪਾਠ ਦੀ ਮਰਿਆਦਾ ਸੰਖੇਪ ਰੂਪ ਦੇ ਵਿੱਚ ਸ਼੍ਰਵਣ ਕਰਾਉਣ ਦਾ ਯਤਨ ਕਰਾਂਗੇ। ਭੁੱਲ ਚੁੱਕ ਦੀ ਖਿਮਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।